Good morning, student. Class 8th, subject SST, topic 1857 ਈਸਵੀ ਦੇ ਵਿਦਰੋਹ ਦੇ ਕਾਰਨ। ਪਾਠ ਨੰਬਰ 15ਵਾਂ 1857 ਈਸਵੀ ਦਾ ਵਿਦਰੋਹ, ਜਿਸ ਦਾ ਆਪਾਂ ਸੈਕਿੰਡ ਪਾਰਟ ਪੜ੍ਹਾਂਗੇ। ਆਪਾਂ ਕਰ ਰਹੇ ਸੀ 1857 ਈਸਵੀ ਦੇ ਵਿਦਰੋਹ ਦੇ ਕੀ ਕਾਰਨ ਸਨ, ਉਹਨਾਂ ਦੇ ਕਾਜ਼ਸ ਬਾਰੇ ਪੜ੍ਹਿਆ ਸੀ, ਜਿਹਦੇ ਵਿੱਚ ਆਪਾਂ ਉਹਨਾਂ ਦੇ ਰਾਜਨੀਤਿਕ ਕਾਰਨ ਅਤੇ ਸਮਾਜਿਕ ਕਾਰਨਾਂ ਦੇ ਬਾਰੇ ਚਰਚਾ ਕਰੀ ਸੀ। ਅੱਜ ਆਪਾਂ ਉਸਦਾ ਨੈਕਸਟ ਟੌਪਿਕ ਪੜ੍ਹਾਂਗੇ ਬੇਟਾ, ਆਰਥਿਕ ਕਾਰਨ। ਠੀਕ ਆ, ਇਕਨੋਮਿਕ ਕਾਜ਼ਸ ਕੀ ਸਨ। ਠੀਕ ਹੈ, ਸਭ ਤੋਂ ਪਹਿਲਾਂ ਫਸਟ ਪੁਆਇੰਟ, ਭਾਰਤੀ ਉਦਯੋਗਾਂ ਅਤੇ ਵਪਾਰ ਦਾ ਖਾਤਮਾ। ਅੰਗਰੇਜ਼ ਭਾਰਤ ਵਿੱਚ ਵਪਾਰ ਕਰਨ ਲਈ ਆਏ ਸਨ, ਇਹ ਆਪਾਂ ਜਾਣਦੇ ਹਾਂ ਸਭ। ਠੀਕ ਹੈ, ਉਹ ਭਾਰਤ ਵਿੱਚੋਂ ਕੱਚਾ ਮਾਲ ਵਪਾਰ, ਕਪਾਹ, ਪਟਸਨ ਆਦਿ ਸਸਤੇ ਭਾਅ ਖਰੀਦ ਕੇ ਇੰਗਲੈਂਡ ਲੈ ਕੇ ਜਾਂਦੇ ਸਨ। ਉਹਨਾਂ ਦਾ ਮੇਨ ਮੋਟਿਵ ਇਹ ਸੀ ਕਿ ਉਹ ਭਾਰਤ ਵਿੱਚ ਜਿੰਨੇ ਵੀ ਉਦਯੋਗ ਆ ਉਹ ਸਸਤੇ ਮੁੱਲ 'ਤੇ ਖਰੀਦਣ ਅਤੇ ਆਪਣੇ ਦੇਸ਼ ਜਾ ਕੇ ਉਹਨਾਂ ਨੂੰ ਮਹਿੰਗਾ ਕਰਕੇ ਵੇਚਦੇ ਸਨ, ਅਤੇ ਉਹਨਾਂ ਕਾਰਖਾਨਿਆਂ ਵਿੱਚ ਤਿਆਰ ਹੋਇਆ ਮਾਲ ਭਾਰਤ ਲਿਆ ਕੇ ਮਹਿੰਗਾ ਵੇਚਣ ਲੱਗੇ। ਇਸ ਤਰ੍ਹਾਂ ਭਾਰਤ ਦਾ ਸਾਰਾ ਪੈਸਾ ਕਿੱਥੇ ਜਾਣ ਲੱਗਾ? ਇੰਗਲੈਂਡ ਵਿੱਚ, ਜਿਸ ਕਰਕੇ ਬਹੁਤ ਸਾਰੀਆਂ ਉਹਨਾਂ ਦੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਇਹ ਵੀ ਇੱਕ ਬਹੁਤ ਹੀ ਇੰਪੋਰਟੈਂਟ ਕਾਰਨ ਬਣਿਆ ਸੀ ਵਿਦਰੋਹ ਦਾ। ਸੈਕਿੰਡ ਪੁਆਇੰਟ ਬੇਟਾ, ਭਾਰਤੀ ਉਦਯੋਗਾਂ 'ਤੇ ਪਾਬੰਦੀਆਂ। ਠੀਕ ਹੈ, ਦੂਸਰਾ ਕਾਰਨ ਇਹ ਬਣ ਗਿਆ ਕਿ ਅਗਰ ਉਹਨਾਂ ਨੇ ਵਪਾਰ ਸ਼ੁਰੂ ਕੀਤਾ, ਠੀਕ ਆ, ਉਦਯੋਗਾਂ ਦਾ ਲਾਭ ਲਿਆ, ਦੂਸਰਾ ਉਹਨਾਂ ਨੇ ਨਾਲੋਂ ਨਾਲ ਉਦਯੋਗਾਂ 'ਤੇ ਪਾਬੰਦੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ਾਂ ਨੇ ਭਾਰਤੀ ਉਦਯੋਗ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ, ਜਿਸ ਨਾਲ ਭਾਰਤੀ ਉਦਯੋਗ ਅਤੇ ਵਪਾਰ ਹੌਲੀ ਹੌਲੀ ਨਸ਼ਟ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਭਾਰਤੀ ਲੋਕ ਜਿਹੜੇ ਆ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਅਗਲਾ ਪੁਆਇੰਟ ਬੇਟਾ, ਨੌਕਰੀਆਂ ਵਿੱਚ ਅਸਮਾਨਤਾ ਜਾਂ ਨੌਕਰੀ ਵਿੱਚ ਅਸਮਾਨਤਾ। ਅੰਗਰੇਜ਼ੀ ਰਾਜ ਸਮੇਂ ਪੜ੍ਹੇ ਲਿਖੇ ਭਾਰਤੀਆਂ ਨੂੰ ਉੱਚੇ ਅਹੁਦਿਆਂ 'ਤੇ ਨਹੀਂ ਲਗਾਇਆ ਜਾਂਦਾ ਸੀ, ਯਾਨੀ ਕਿ ਉਹਨਾਂ ਦੇ ਨਾਲ ਮਤਭੇਦ ਕੀਤਾ ਜਾਂਦਾ ਸੀ। ਉਹਨਾਂ ਨੂੰ ਕੇਵਲ ਛੋਟੇ ਅਹੁਦਿਆਂ 'ਤੇ ਹੀ ਨਿਯੁਕਤ ਕੀਤਾ ਜਾਂਦਾ ਸੀ। ਭਾਰਤੀ ਕਰਮਚਾਰੀਆਂ ਨੂੰ ਅੰਗਰੇਜ਼ ਕਰਮਚਾਰੀਆਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ। ਇਸ ਲਈ ਭਾਰਤੀ ਲੋਕ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਲਈ ਤਿਆਰ ਹੋ ਗਏ, ਕਿਉਂਕਿ ਹਰ ਪੱਖੋਂ ਉਹਨਾਂ ਨੇ ਭਾਰਤੀ ਸੈਨਿਕਾਂ ਦੇ ਨਾਲ ਵਿਤਕਰਾ ਜਾਰੀ ਰੱਖਿਆ। ਨੈਕਸਟ ਪੁਆਇੰਟ ਬੇਟਾ, ਜ਼ਿਮੀਂਦਾਰਾਂ ਦੀ ਬੁਰੀ ਹਾਲਤ। ਲਾਰਡ ਵਿਲੀਅਮ ਬੈਂਟਿਕ ਨੇ ਕਰ ਮੁਕਤ ਜ਼ਮੀਨਾਂ 'ਤੇ ਮੁੜ ਕਰ ਲਗਾ ਦਿੱਤਾ। ਠੀਕ ਹੈ, ਜ਼ਿਮੀਂਦਾਰ ਕੌਣ ਹੁੰਦੇ ਆ? ਜਿਨ੍ਹਾਂ ਕੋਲ ਜ਼ਿਆਦੀਆਂ ਜ਼ਮੀਨਾਂ ਹੋਣ। ਬਟ ਕੀ ਹੋ ਗਿਆ, ਜਦੋਂ ਜਿਹਨਾਂ ਕੋਲ ਕਿਸਾਨ ਜ਼ਮੀਨ ਵਾਹੁੰਦੇ ਸੀ, ਉਹਨਾਂ ਨੂੰ ਵੀ ਉਹਨਾਂ ਕਰ ਦੇਣ ਦੇ ਵਿੱਚ ਮੁਸ਼ਕਲ ਆ ਰਹੀ ਸੀ, ਕਿਉਂਕਿ ਲਾਰਡ ਵਿਲੀਅਮ ਮੁਕਤ ਨੇ ਕਰ ਮੁਕਤ ਜ਼ਮੀਨਾਂ 'ਤੇ ਮੁੜ ਕਰ ਲਗਾ ਦਿੱਤਾ, ਜਿਨ੍ਹਾਂ 'ਤੇ ਕਰ ਲੱਗਣਾ ਵੀ ਨਹੀਂ ਸੀ। ਜਿਹੜੀਆਂ ਬੰਜਰ ਜ਼ਮੀਨਾਂ ਸਨ ਜਾਂ ਵਾਹੀਯੋਗ ਜ਼ਮੀਨਾਂ ਨਹੀਂ ਸਨ, ਉਹ ਵੀ ਕਈ ਵਾਰੀ ਕਿਸਾਨਾਂ ਨੂੰ ਬੜਾ ਮੁਸ਼ਕਲ ਦੇ ਨਾਲ ਸਾਹਮਣਾ ਕਰਨਾ ਪੈਂਦਾ ਸੀ, ਜਿਹੜੀਆਂ ਕਿ ਬਾਦਸ਼ਾਹ ਦੁਆਰਾ ਰਾਜ ਦੇ ਜ਼ਖੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਗਈਆਂ ਸਨ। ਲਗਾਨ ਦੀ ਦਰ ਵਿੱਚ ਵੀ ਪਹਿਲਾਂ ਨਾਲੋਂ ਵਾਧਾ ਕੀਤਾ ਗਿਆ। ਸਰਕਾਰੀ ਕਰਮਚਾਰੀ ਭੂਮੀ ਲਗਾਨ ਇਕੱਠਾ ਕਰਨ ਸਮੇਂ ਜ਼ਿਮੀਂਦਾਰਾਂ ਦਾ ਕਈ ਤਰ੍ਹਾਂ ਸ਼ੋਸ਼ਣ ਕਰਦੇ ਸਨ, ਜਿਸ ਕਰਕੇ ਬਹੁਤ ਸਾਰੇ ਭਾਰਤੀ ਕਿਸਾਨਾਂ ਸੈਨਿਕਾਂ ਨੇ 1857 ਈਸਵੀ ਦੇ ਵਿਦਰੋਹ ਦੇ ਵਿੱਚ ਹਿੱਸਾ ਲਿਆ। ਨੈਕਸਟ ਪੁਆਇੰਟ ਬੇਟਾ, ਦੂਸਰੀ ਗੱਲ ਇਹ ਵੀ ਬੇਟਾ, ਸੈਨਿਕ ਕਾਰਨ। ਠੀਕ ਆ, ਅਗਲਾ ਪੁਆਇੰਟ ਆਪਾਂ ਪੜਾਂਗੇ ਸੈਨਿਕ ਕਾਰਨ। ਭਾਰਤੀ ਸੈਨਿਕਾਂ ਦੀ ਘੱਟ ਤਨਖਾਹ। ਫਸਟ ਕਾਰਨ ਆਪਾਂ ਇਹ ਪੜਾਂਗੇ। ਠੀਕ ਆ, ਮਿਲਟਰੀ ਕਾਊਜ਼ਸ ਦੇ ਵਿੱਚ ਜਿਹੜੇ ਸੈਨਿਕ ਭਰਤੀ ਕੀਤੇ ਜਾਂਦੇ ਸੀ, ਉਹਨਾਂ ਦੇ ਨਾਲ ਵੀ ਅੰਗਰੇਜ਼ ਆ, ਇਹ ਕੰਮ ਤਾਂ ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤਾ ਗਿਆ, ਪਰ ਹਰ ਲੈਵਲ 'ਤੇ ਉਹਨਾਂ ਨੂੰ ਨੀਵੇਂ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ। ਠੀਕ ਹੈ, ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ। ਭਾਰਤੀ ਸੈਨਿਕ ਵੱਧ ਤੋਂ ਵੱਧ ਸੂਬੇਦਾਰ ਦੀ ਤੱਕ ਹੀ ਅਹੁਦੇ ਦੀ ਤਰੱਕੀ ਕਰ ਸਕਦਾ ਸੀ, ਉਸ ਤੋਂ ਬਾਅਦ ਉਹਦੀ ਤਰੱਕੀ ਨਹੀਂ ਹੋ ਸਕਦੀ ਸੀ। ਇਸ ਤਰ੍ਹਾਂ ਬੇਟਾ, ਸੈਨਿਕਾਂ ਦੀ ਜ਼ਬਰਦਸਤੀ ਭਰਤੀ। ਠੀਕ ਹੈ, ਜਿਹੜੇ ਸੈਨਿਕ ਮਤਲਬ ਇਸ ਵਰਗ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸੀ, ਭਰਤੀ ਨਹੀਂ ਹੋਣਾ ਚਾਹੁੰਦੇ ਸੀ, ਉਹਨਾਂ ਨੂੰ ਵੀ ਜ਼ਬਰਦਸਤੀ ਇਸ ਭਰਤੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ, ਕਿਉਂਕਿ 1856 ਈਸਵੀ ਵਿੱਚ ਲਾਰਡ ਕੈਨਿੰਗ ਨੇ ਇੱਕ ਐਕਟ ਪਾਸ ਕੀਤਾ ਸੀ। ਕਦੋਂ ਕੀਤਾ ਸੀ? 1856। ਉਸਦਾ ਕੀ ਨਾਮ ਸੀ? ਲਾਰਡ ਕੈਨਿੰਗ। ਠੀਕ ਹੈ, ਜਿਸ ਅਨੁਸਾਰ ਕੀ ਸੀ ਕਿ ਸੈਨਿਕਾਂ ਨੂੰ ਯੁੱਧ ਵਿੱਚ ਭਾਗ ਲੈਣ ਲਈ ਸਮੁੰਦਰ ਪਾਰ ਕਿਸੇ ਵੀ ਸਥਾਨ ਉੱਤੇ ਭੇਜਿਆ ਜਾ ਸਕਦਾ ਸੀ, ਪਰੰਤੂ ਪੁਰਾਣੇ ਵਿਚਾਰਾਂ ਦੇ ਭਾਰਤੀ ਸੈਨਿਕ ਸਮੁੰਦਰੋਂ ਪਾਰ ਜਾਣ ਨੂੰ ਆਪਣੇ ਧਰਮ ਦੇ ਵਿਰੁੱਧ ਮੰਨਦੇ ਸੀ। ਉਹ ਦੂਸਰੇ ਦੇਸ਼ਾਂ ਦੇ ਮੌਸਮ ਅਤੇ ਕਠਿਨਾਈਆਂ ਤੋਂ ਡਰਦੇ ਸੀ। ਉਹ ਡਰਦੇ ਸਨ ਕਿ ਅੰਗਰੇਜ਼ ਉਹਨਾਂ ਨੂੰ ਈਸਾਈ ਨਾਮ ਦੇਣ, ਕਿਉਂਕਿ ਮੇਨ ਮੋਟਿਵ ਉਹਨਾਂ ਦਾ ਇਹ ਸੀ ਕਿ ਈਸਾਈ ਧਰਮ ਦੇ ਵਿੱਚ ਭਾਰਤੀਆਂ ਨੂੰ ਪ੍ਰਵੇਸ਼ ਕਰਨਾ, ਕਿਉਂਕਿ ਸੈਨਿਕਾਂ ਦੇ ਅਹੁਦੇ ਦੇ ਵਿੱਚ ਵੀ ਰੁਕਾਵਟ ਸੀ। ਅਹੁਦੇ ਦੀ ਰੁਕਾਵਟ ਇਹ ਸੀ ਕਿ ਸਿਰਫ ਉਹਨਾਂ ਨੂੰ ਸੂਬੇਦਾਰ ਦੀ ਪਦਵੀ ਤੱਕ ਹੀ ਨਿਯੁਕਤ ਕੀਤਾ ਜਾਂਦਾ ਸੀ, ਉਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਰੈਂਕ ਪ੍ਰਮੋਸ਼ਨ ਨਹੀਂ ਵਧਾਇਆ ਜਾਂਦਾ ਸੀ। ਅਗਲਾ ਬੇਟਾ, ਤਤਕਾਲੀ ਕਾਰਨ। ਠੀਕ ਆ, ਜਾਂ ਤਤਕਾਲੀਨ ਕਾਰਨ ਮੇਨ ਕੀ ਸੀ? ਜਿਹੜਾ ਕਿ 1857 ਈਸਵੀ ਦੇ ਵਿਦਰੋਹ ਦਾ ਮੇਨ ਕਾਰਨ ਬਣਿਆ, ਉਹ ਕੀ ਸੀ? ਚਰਬੀ ਵਾਲੇ ਕਾਰਤੂਸ। ਚਰਬੀ ਵਾਲੇ ਕਾਰਤੂਸ ਕੀ ਸਨ?
1857 ਈਸਵੀ ਵਿੱਚ ਅੰਗਰੇਜ਼ਾਂ ਨੇ ਰਾਈਫਲਾਂ ਵਿੱਚ ਨਵੀਂ ਕਿਸਮ ਦੇ ਕਾਰਤੂਸਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨੂੰ ਚਲਾਉਣ ਦੇ ਲਈ ਪਹਿਲਾਂ ਮੂੰਹ ਨਾਲ ਉਸ ਨੂੰ ਖੋਲ੍ਹਣਾ ਪੈਂਦਾ ਸੀ, ਜੋ ਕਿ ਭਾਰਤੀਆਂ ਲਈ ਬਹੁਤ ਔਖਾ ਸੀ। ਅਤੇ ਇਹ ਚਰਬੀ ਵਾਲੇ ਕਾਰਤੂਸ ਕੀ ਸੀ, ਜਿਨ੍ਹਾਂ ਦੇ ਵਿੱਚ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੁੰਦੀ ਸੀ, ਜੋ ਕਿ ਬਦਬੂ ਆਉਂਦੀ ਹੁੰਦੀ ਸੀ, ਅਤੇ ਉਹਨਾਂ ਸੈਨਿਕਾਂ ਨੇ ਉਹਨਾਂ ਨੂੰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਹਿੰਦੂ ਅਤੇ ਮੁਸਲਮਾਨ ਇਹਨਾਂ ਕਾਰਤੂਸਾਂ ਨੂੰ ਚਲਾਉਣਾ ਨਹੀਂ ਚਾਹੁੰਦੇ ਸਨ, ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਸੀ। ਇਸ ਤਰ੍ਹਾਂ ਦੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਪਹਿਲਾ ਸੈਨਿਕ ਕੌਣ ਸੀ? ਮੰਗਲ ਪਾਂਡੇ। ਔਰ ਇਹ ਗੱਲ ਯਾਦ ਰੱਖਣੀ ਆ। ਅਤੇ ਪਹਿਲਾ ਸ਼ਹੀਦ ਵੀ ਕੌਣ ਹੋਇਆ ਆ? ਭਾਰਤੀ ਮੰਗਲ ਪਾਂਡੇ। ਠੀਕ ਹੈ। ਕਾਰਤੂਸਾਂ ਨੂੰ ਜਿਹਨੇ ਸਭ ਤੋਂ ਪਹਿਲਾਂ ਮਨਾ ਕੀਤਾ ਸੀ, ਜਿਹਨੇ ਨੇ ਵਿਦਰੋਹ ਕੀਤੇ ਸਭ ਤੋਂ ਜ਼ਿਆਦਾ, ਉਹ ਕੌਣ ਸੀ? ਉਸਦਾ ਨਾਮ ਮੰਗਲ ਪਾਂਡੇ ਸੀ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਸੀ। ਉਸਨੇ 29 ਮਾਰਚ 1857 ਈਸਵੀ ਨੂੰ ਇਹਨਾਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਅੰਗਰੇਜ਼ ਅਫਸਰ ਦੀ ਹੱਤਿਆ ਕਰ ਦਿੱਤੀ। ਇਸ ਤਰ੍ਹਾਂ 1857 ਈਸਵੀ ਦੀ ਬਗਾਵਤ ਦਾ ਆਰੰਭ ਹੋ ਗਿਆ। ਸੋ ਬੇਟਾ ਅੱਜ ਤੁਹਾਡੇ ਕੰਪਲੀਟ ਹੁੰਦੇ ਟੌਪਿਕ ਕਿ 1857 ਈਸਵੀ ਦੇ ਵਿਦਰੋਹ ਦੇ ਕੀ ਕਾਰਨ ਸਨ, ਜਿਨ੍ਹਾਂ ਦੇ ਵਿੱਚ ਆਪਾਂ ਉਹਦੇ ਸਮਾਜਿਕ, ਧਾਰਮਿਕ, ਠੀਕ ਹੈ, ਆਰਥਿਕ ਐਂਡ ਸੈਨਿਕ ਤੇ ਤਤਕਾਲੀਨ ਕਾਰਨਾਂ ਦੇ ਬਾਰੇ ਚਰਚਾ ਕੀਤੀ ਆ। ਅਤੇ ਤੁਸੀਂ ਇਹ ਚੈਪਟਰ ਜਿਹੜਾ ਧਿਆਨ ਦੇ ਨਾਲ ਪੜ੍ਹਨਾ, ਧਿਆਨ ਦੇ ਨਾਲ ਸਮਝਣਾ ਆ। ਠੀਕ ਹੈ। ਔਰ 1 ਮਾਰਕਸ ਦੇ ਕੁਐਸਚਨ, ਠੀਕ ਹੈ, ਧਿਆਨ ਨਾਲ ਰੀਡ ਕਰਨੇ। ਔਰ MCQ ਕੁਐਸਚਨ ਵੀ ਤੁਹਾਨੂੰ ਇਹਦੇ ਵਿੱਚੋਂ ਪੁੱਛੇ ਜਾ ਸਕਦੇ ਹਨ, ਕਿਉਂਕਿ ਤੁਹਾਡੀ ਬੁੱਕਸ ਦੇ ਵਿੱਚ ਨਹੀਂ ਹਨ। ਅਤੇ ਸੋ ਇਹਨਾਂ ਨੂੰ ਤੁਸੀਂ ਇਹ ਚੈਪਟਰ ਦਾ ਧਿਆਨ ਦੇ ਨਾਲ ਜਿਹੜਾ ਰੀਡ ਕਰਨਾ ਹੈ। ਧੰਨਵਾਦ ਸਟੂਡੈਂਟ।